हेलो एवरीवन, वेलकम टू मेहनती बच्चे। दिस इज साक्षी अग्रवाल। आज आप इकोनॉमिक्स से कुछ और इंपॉर्टेंट कंसेप्ट्स पढ़ांगे। स्टार्ट करते हैं सब तो पहले कंसेप्ट तो दैट इज नैशनल इनकम। नैशनल इनकम का मतलब ਕੀ ਹੁੰਦਾ ਹੈ? टोटल वैल्यू फाइनल गुड्स ਤੇ ਸਰਵਿਸਿਜ਼ ਦੀ ਜਿਹੜੇ ਕਿ ਕੰਟਰੀ ਦੇ ਵਿੱਚ ਪ੍ਰੋਡਿਊਸ ਕੀਤੇ ਹੁੰਦੇ ਇੱਕ ਪਾਰਟਿਕੂਲਰ ਪੀਰੀਅਡ ਦੇ ਵਿੱਚ, ਜਨਰਲੀ ਆਪਾਂ ਨੂੰ 1 ਸਾਲ ਲੈਂਦੇ ਆ। ਹੁਣ ਦੇਖੋ ਇਹਦੇ ਵਿੱਚ ਕੁਝ ਵਰਡਸ ਹੈ ਜਿਹੜੇ ਕਿ ਬਹੁਤ ਇੰਪੋਰਟੈਂਟ ਵਰਡਸ ਹੈ, ਉਹਨਾਂ ਨੂੰ ਮੈਂ ਤੁਹਾਨੂੰ ਦੱਸਣਾ ਚਾਹਨੀ ਹਾਂ। ਨੈਸ਼ਨਲ ਇਨਕਮ ਕੀ ਹੁੰਦਾ ਹੈ? ਟੋਟਲ ਮਨੀ ਵੈਲਿਊ ਕਿਹਦੀ? ਸਾਰੇ ਫਾਈਨਲ ਗੁड्स ਦੀ ਤੇ ਸਰਵਿਸਿਜ਼ ਦੀ। ਕਈ ਵਾਰ ਪੇਪਰ 'ਚ ਪੁੱਛ ਲੈਂਦੇ ਆ ਕਿ ਸਿਰਫ ਇਸ 'ਚ ਗੁड्स ਇਨਵੋਲਵ ਹੈ, ਨਹੀਂ, ਇਸ 'ਚ ਸਰਵਿਸਿਜ਼ ਵੀ ਇਨਵੋਲਵ ਹੈ ਜੋ ਕਿ ਪ੍ਰੋਡਿਊਸ ਹੁੰਦੇ ਕੰਟਰੀ ਦੇ ਵਿੱਚ ਇੱਕ ਪਾਰਟਿਕੂਲਰ ਪੀਰੀਅਡ ਦੇ ਵਿੱਚ। ਜਨਰਲੀ ਆਪਾਂ ਉਹਨੂੰ 1 ਸਾਲ ਲੈਂਦੇ ਆ, ਠੀਕ ਹੈ। ਹੁਣ ਕਿਹੜੇ-ਕਿਹੜੇ ਮੈਥਡਸ ਹੈ ਨੈਸ਼ਨਲ ਇਨਕਮ ਨੂੰ ਮੈਜ਼ਰ ਕਰਨ ਦੇ ਲਈ? ਸੋ ਕਿਹੜੇ-ਕਿਹੜੇ ਮੈਥਡਸ ਨੇ ਦੇਖੋ। GDP that is gross domestic product, GNP gross national product, NNP net national product, PI personal income, DPI disposable personal income। so next देखो, सब तो पहला ਆਪਾਂ ਗੱਲ ਕਰਦੇ ਹਾਂ GDP ਦੀ। so GDP ਕੀ ਹੁੰਦਾ? ਟੋਟਲ ਮਨੀ ਵੈਲਿਊ ਸਾਰੇ ਫਾਈਨਲ ਗੁੱਡਸ ਤੇ ਸਰਵਿਸਿਜ਼ ਦੀ ਜਿਹਨੂੰ ਕਿ ਪ੍ਰੋਡਿਊਸ ਕੀਤਾ ਜਾਂਦਾ ਇੱਕ ਜੀਓਗ੍ਰਾਫਿਕਲ ਬਾਉਂਡਰੀ ਦੇ ਅੰਦਰ, ਕੰਟਰੀ ਦੇ ਇੱਕ ਪਾਰਟਿਕੂਲਰ ਪੀਰੀਅਡ ਦੇ ਵਿੱਚ। ਜਨਰਲੀ ਆਪਾਂ ਨੂੰ 1 ਸਾਲ ਮੰਨਦੇ ਆ। GDP ਦੇ ਵਿੱਚ ਆਪਾਂ ਕੰਸੀਡਰ ਕਰਦੇ ਹਾਂ ਗੁੱਡਸ ਤੇ ਸਰਵਿਸਿਜ਼ ਜੋ ਕਿ ਰੈਜ਼ੀਡੈਂਟ ਨੇ ਵੀ ਪ੍ਰੋਡਿਊਸ ਕੀਤੇ ਆ ਇੰਡੀਆ ਦੇ। ਅਗਰ ਆਪਾਂ ਇੰਡੀਆ ਦੇ ਐਗਜ਼ਾਮਪਲ ਲੈ ਰਹੇ ਹਾਂ, ਮਤਲਬ ਜੋ ਇੰਡੀਆ ਦੇ ਨਾਗਰਿਕ ਹੈ ਉਹਨਾਂ ਨੇ ਵੀ ਜੋ ਗੁੱਡਸ ਐਂਡ ਸਰਵਿਸਿਜ਼ ਪ੍ਰੋਡਿਊਸ ਕੀਤੇ ਆ, ਪਲੱਸ ਜਿਹੜੇ ਫੋਰਨ ਨੈਸ਼ਨਲਸ ਇੰਡੀਆ ਦੀ ਬਾਉਂਡਰੀ ਦੇ ਅੰਦਰ ਰਹਿ ਰਹੇ ਆ ਉਹਨਾਂ ਨੇ ਵੀ ਕੀਤੇ ਆ। ਸੋ ਆਪਾਂ ਇਹ ਦੋਨੋਂ ਇਹਦੇ ਵਿੱਚ ਕੰਸੀਡਰ ਕਰਾਂਗੇ, ਠੀਕ ਹੈ। ਤੇ ਇਹਦੇ ਵਿੱਚ ਇੱਕ ਹੋਰ ਇੰਪੋਰਟੈਂਟ ਪੁਆਇੰਟ ਹੈ GDP ਦੇ ਵਿੱਚ, ਜਿਹੜੇ ਇੰਡੀਅਨਸ ਐਬਰੋਡ ਰਹਿੰਦੇ ਆ, ਠੀਕ ਹੈ, ਉਹਨਾਂ ਦੀ ਆਪਾਂ ਜਿਹੜੀ ਇਨਕਮ ਹੈ ਉਹਨੂੰ ਐਕਸਕਲੂਡ ਕਰਾਂਗੇ। GDP ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਵਰਡ ਹੈ ਕਿ ਇਹਦੇ ਵਿੱਚ ਆਪਾਂ ਮਨੀ ਵੈਲਿਊ ਲੈਂਦੇ ਹਾਂ ਸਾਰੇ ਫਾਈਨਲ ਗੁੱਡ ਤੇ ਸਰਵਿਸਿਜ਼ ਜੋ ਪ੍ਰੋਡਿਊਸ ਹੁੰਦੇ ਵਿਦਿਨ ਜੀਓਗ੍ਰਾਫਿਕਲ ਬਾਉਂਡਰੀ ਆਫ ਅ ਕੰਟਰੀ, ਠੀਕ ਹੈ। ਮਤਲਬ ਕੰਟਰੀ ਦੇ ਅੰਦਰ ਜੋ ਕੁਝ ਹੋ ਰਿਹਾ ਆਪਾਂ ਨੂੰ ਉਹ ਤੋਂ ਮਤਲਬ ਹੈ, ਇਹ ਤੋਂ ਮਤਲਬ ਨਹੀਂ ਹੈਗਾ ਕਿ ਉਹ ਕੰਟਰੀ ਦਾ ਨਾਗਰਿਕ ਉਹ ਚੀਜ਼ ਪ੍ਰੋਡਿਊਸ ਕਰ ਰਿਹਾ ਜਾਂ ਬਾਹਰੋਂ ਆ ਕੇ ਕੋਈ ਕਰ ਰਿਹਾ, ਠੀਕ ਹੈ। ਇਹਦੇ ਵਿੱਚ ਆਪਾਂ ਉਹ ਚੀਜ਼ ਕੰਸੀਡਰ ਨਹੀਂ ਕਰਾਂਗੇ। ਅਗਰ ਇੰਡੀਅਨ ਫੋਰਨ 'ਚ ਰਹਿਣ ਗਿਆ ਹੋਇਆ ਉੱਥੇ ਉਹਨੂੰ ਇਨਕਮ ਹੋ ਰਹੀ ਹੈ ਤਾਂ GDP ਦੇ ਵਿੱਚ ਆਪਾਂ ਉਹ ਕੈਲਕੂਲੇਟ ਨਹੀਂ ਕਰਾਂਗੇ, ਓਕੇ। ਉਹ ਤੋਂ ਬਾਅਦ ਨੈਕਸਟ ਹੈ GNP ਦੀ ਫੁੱਲ ਫਾਰਮ ਕੀ ਹੈ? ਗ੍ਰੋਸ ਨੈਸ਼ਨਲ ਪ੍ਰੋਡਕਟ। ਸੋ GNP ਮਤਲਬ ਕੀ ਹੁੰਦਾ? ਟੋਟਲ ਵੈਲਿਊ ਫਾਈਨਲ ਗੁੱਡ ਸਰਵਿਸਿਜ਼ ਜੋ ਕਿ ਇੰਡੀਅਨਸ ਪ੍ਰੋਡਿਊਸ ਕਰ ਰਹੇ ਇੰਡੀਆ ਦੇ ਵਿੱਚ ਤੇ ਅਬਰੋਡ ਦੇ ਵਿੱਚ। GNP ਦੇ ਵਿੱਚ ਮੇਨ ਫੋਕਸ ਆਪਾਂ ਰੱਖਣਾ ਇੰਡੀਅਨਸ ਦੇ ਉੱਪਰ, ਠੀਕ ਹੈ, ਤੇ GDP ਦੇ ਵਿੱਚ ਆਪਾਂ ਬਾਉਂਡਰੀ ਦੇ ਉੱਪਰ ਫੋਕਸ ਰੱਖਣਾ ਹੈ, ਓਕੇ। ਮਤਲਬ ਜਿਹੜਾ GNP ਆ ਉਹਦੇ ਵਿੱਚ ਵੈਲਿਊ ਆਊਗੀ ਗੁੱਡਸ ਦੀ ਜੋ ਕਿ ਰੈਜ਼ੀਡੈਂਟ ਤੇ ਨॉन ਰੈਜ਼ੀਡੈਂਟ ਸਿਟੀਜ਼ਨਸ ਹੈ ਕੰਟਰੀ ਦੇ, ਉਹਨਾਂ ਨੇ ਪ੍ਰੋਡਿਊਸ ਕੀਤੀ ਹੈ, ਠੀਕ ਹੈ। ਤੇ ਇਨਕਮ ਹੈ ਜਿਹੜੀ ਫੋਰਨਰਸ ਦੀ ਜੋ ਇੰਡੀਆ 'ਚ ਰਹਿ ਰਹੇ ਨੇ, ਬਟ ਉਹ ਆਪਾਂ ਇਹਦੇ ਵਿੱਚੋਂ ਐਕਸਕਲੂਡ ਕਰਾਂਗੇ ਕਿਉਂਕਿ ਆਪਾਂ ਨੂੰ ਬਾਉਂਡਰੀ ਤੋਂ ਮਤਲਬ ਨਹੀਂ, ਆਪਾਂ ਨੂੰ ਇੱਥੇ ਇੰਡੀਅਨ ਸਿਟੀਜ਼ਨਸ ਤੋਂ ਮਤਲਬ ਹੈ। ਉਹ ਤੋਂ ਬਾਅਦ ਨੈਕਸਟ ਹੈ ਨੈਟ ਨੈਸ਼ਨਲ ਪ੍ਰੋਡਕਟ ਦੈਟ ਇਜ਼ NNP। ਇਹਨੂੰ ਕੈਲਕੂਲੇਟ ਕਰਦੇ ਹਾਂ ਡੈਪਰੀਸੀਏਸ਼ਨ ਨੂੰ GNP ਦੇ ਵਿੱਚੋਂ ਸਬਟਰੈਕਟ ਕਰਕੇ। ਕਈ ਐਗਜ਼ਾਮਸ ਦੇ ਵਿੱਚ ਕੁਐਸਚਨ ਦੇਖਣ ਨੂੰ ਮਿਲਿਆ ਕਿ ਸਿੱਧਾ ਪੁੱਛ ਲੈਂਦੇ ਆ ਕਿ NNP ਕਿਹਦੇ ਕੋਲ ਹੁੰਦੀ ਹੈ? GNP ਮਾਈਨਸ ਡੈਪਰੀਸੀਏਸ਼ਨ, ਓਕੇ। ਫੈਕਟਰ ਕਾਸਟ ਕੀ ਹੁੰਦਾ? ਕਾਸਟ ਜੋ ਕਿ ਗੁੱਡਸ ਤੇ ਸਰਵਿਸਿਜ਼ ਨੂੰ ਪ੍ਰੋਡਿਊਸ ਕਰਨ ਦੇ ਲਈ ਆਉਂਦੀ ਹੈ। ਮਾਰਕੀਟ ਪ੍ਰਾਈਸ ਕੀ ਹੁੰਦਾ? For calculating market price, we add indirect tax and deduct subsidies given by government in factor cost। ਹੁਣ ਜਿੰਨੀ factor cost ਆਈ ਹੈ ਉੱਥੋਂ ਅਗਰ ਆਪਾਂ ਨੇ ਮਾਰਕੀਟ ਪ੍ਰਾਈਸ ਕੱਢਣਾ ਹੈ ਤਾਂ ਆਪਾਂ ਉਹਦੇ ਵਿੱਚ ਇਨਡਾਇਰੈਕਟ ਟੈਕਸਿਸ ਉਹਤੇ ਜਿੰਨੇ ਲੱਗੇ ਉਹਨੂੰ ਐਡ ਕਰ ਦਾਂਗੇ ਤੇ ਜਿਹੜੀ ਗਵਰਨਮੈਂਟ ਨੇ ਸਬਸਿਡੀ ਦਿੱਤੀ ਉਹ ਪ੍ਰੋਡਕਟ ਦੇ ਉੱਪਰ ਉਹਨੂੰ ਮਾਈਨਸ ਕਰ ਦਾਂਗੇ। ਸੋ ਯਾਨੀ ਕਿ ਮਾਰਕੀਟ ਪ੍ਰਾਈਸ ਕਿਹਦੇ ਕੋਲ ਹੁੰਦਾ? ਫੈਕਟਰ ਕਾਸਟ ਪਲੱਸ ਇਨਡਾਇਰੈਕਟ ਟੈਕਸ ਮਾਈਨਸ ਸਬਸਿਡੀ। NNP ਫੈਕਟਰ ਕਾਸਟ ਤੇ ਕਿਹਦੇ ਕੋਲ ਹੁੰਦਾ? NNP ਜਿੰਨਾ ਮਾਰਕੀਟ ਪ੍ਰਾਈਸ ਤੇ ਹੈ ਉਸ ਚੋਂ ਮਾਈਨਸ ਕਰਾਂਗੇ ਇਨਡਾਇਰੈਕਟ ਟੈਕਸਿਸ ਨੂੰ, ਠੀਕ ਹੈ, ਤੇ ਪਲੱਸ ਕਰਾਂਗੇ ਸਬਸਿਡੀ। ਇਹਨੂੰ ਬੇਸਿਕਲੀ ਇਹਨੂੰ ਹੀ ਅਰੇਂਜ ਕਰਤਾ, ਠੀਕ ਹੈ। ਜਿਹੜੀ ਆਹ ਦੋ ਚੀਜ਼ਾਂ ਨੇ ਇਹਨੂੰ ਇੱਧਰ ਲੈ ਗਏ। ਸੋ ਯੂਜਲੀ ਵੀ ਕਾਲਡ NNP at factor cost as national income। ਸੋ ਨੈਸ਼ਨਲ ਇਨਕਮ ਕਿਹੜੀ ਹੁੰਦੀ ਹੈ? ਨੈਟ ਨੈਸ਼ਨਲ ਪ੍ਰੋਡਕਟ at factor cost, ਓਕੇ। ਸਿਮਿਲਰਲੀ ਜਿਹੜੀ NNP ਫੈਕਟਰ ਕਾਸਟ ਤੇ ਹੈ we can also calculate GDP at factor cost। ਜਿਵੇਂ ਆਪਾਂ NNP ਫੈਕਟਰ ਕਾਸਟ ਤੇ ਕੱਢਦੇ ਹਾਂ ਉਵੇਂ GDP ਵੀ ਆਪਾਂ ਫੈਕਟਰ ਕਾਸਟ ਤੇ ਕੱਢ ਸਕਦੇ ਹਾਂ। ਉਹ ਤੋਂ ਬਾਅਦ ਨੈਕਸਟ ਆਪਣੇ ਕੋਲ ਟੌਪਿਕ ਹੈ ਪਰਸਨਲ ਇਨਕਮ। ਸੋ ਪਰਸਨਲ ਇਨਕਮ ਕੀ ਹੁੰਦਾ? ਸਮ ਆਫ ਆਲ ਦਾ ਇਨਕਮ ਰਿਸੀਵ ਬਾਈ ਪੀਪਲ ਆਫ ਅ ਕੰਟਰੀ ਇਨ ਅ ਈਅਰ। ਇੱਕ ਸਾਲ ਦੇ ਵਿੱਚ ਲੋਕਾਂ ਨੂੰ ਜਿੰਨੀ ਵੀ ਇਨਕਮ ਮਿਲੀ ਕਿਸੇ ਪਾਰਟਿਕੂਲਰ ਕੰਟਰੀ ਦੇ ਲੋਕਾਂ ਨੂੰ ਉਹਨੂੰ ਬੋਲਾਂਗੇ ਪਰਸਨਲ ਇਨਕਮ। ਸੋ ਪਰਸਨਲ ਇਨਕਮ ਦਾ ਕੀ ਹੁੰਦਾ? ਨੈਸ਼ਨਲ ਇਨਕਮ, ਉਹਦੇ ਵਿੱਚ ਆਪਾਂ ਅਨਡਿਸਟ੍ਰੀਬਿਊਟਿਡ ਕਾਰਪੋਰੇਟ ਪ੍ਰੋਫਿਟ ਮਾਈਨਸ ਕਰਾਂਗੇ ਪਲੱਸ
ਉਹਦੇ ਵਿੱਚ ਹੋਰ ਕੀ ਮਾਈਨਸ ਕਰਾਂਗੇ, ਕਾਰਪੋਰੇਟ ਟੈਕਸ, ਸੋਸ਼ਲ ਸਿਕਿਉਰਿਟੀ ਕੰਟਰੀਬਿਊਸ਼ਨ, ਠੀਕ ਹੈ, ਤੇ ਟ੍ਰਾਂਸਫਰ ਪੇਮੈਂਟ ਨੂੰ ਐਡ ਕਰਾਂਗੇ। ਸੋ ਟ੍ਰਾਂਸਫਰ ਪੇਮੈਂਟ ਹੁੰਦੀ ਹੈ ਜਿਹੜੀਆਂ ਕਿ ਕਿਸੇ ਪ੍ਰੋਡਕਟਿਵ ਵਰਕ ਦੇ ਅਗੇਂਸਟ ਨਾ ਹੋਣ, ਜਿਵੇਂ ओल्ड एज ਪੈਨਸ਼ਨ, ਅਨਇੰਪਲੋਇਡ ਕੰਪਨਸੇਸ਼ਨ। ਸੋਸ਼ਲ ਸਿਕਿਉਰਿਟੀ ਕੰਪੋਜੀਸ਼ਨ ਕੀ ਹੁੰਦੀ ਹੈ, ਪੇਮੈਂਟ ਜੋ ਕਿ ਇੰਪਲੋਇਜ਼ ਦਿੰਦੇ ਨੇ ਟੂਵਰਡਸ PF, ਇੰਸ਼ੋਰੈਂਸ ਐਕਸੈਟਰਾ। ਉਹ ਤੋਂ ਬਾਅਦ डिस्पोजेबल परसनल इनकम जी अवेलेबल होंगी इंडिविजुअल्स नू डायरैक्ट टैक्स नू रिड्यूस करके उन्होंने बोलते हैं डिस्पोजेबल परसनल इनकम। ठीक है, जिन्नी वो परसनल इनकम है किसी पर्टिकुलर बंदे की, अगर आप गल करिए उस जिन्हें भी डायरैक्ट टैक्स उन्होंने माइनस कर देंगे तो वो डिस्पोजेबल परसनल इनकम आ जाएगी। दैन रियल इनकम, नॉमिनल इनकम। इफ वी यूज बेस ईयर प्राइस फॉर कैलकुलेटिंग नैशनल इनकम, दिस इज कॉल्ड रियल इनकम। कि अगर आप नैशनल इनकम नू कैलकुलेट करने के लिए बेस ईयर प्राइस में यूज कर रहे हैं तो आप उन्होंने बोलेंगे रियल इनकम। ठीक है, तो अगर आप करंट ईयर की कढ़ रहे हैं नैशनल इनकम, मतलब करंट ईयर में यूज़ कर रहे हैं नैशनल इनकम कढ़ने लिए, तो बोलांगे नॉमिनल इनकम। तो GDP डिफ्लैक्टर ये शो करता चेंज एवरेज प्राइस लैवल तो इकोनॉमी दे विच। ठीक है, इनू कैलकुलेट करने के लिए यूज़ करते हैं ओवरऑल कि कितना प्राइस राइज होया। जिहड़ा GDP डिफ्लैक्टर होंदा किहदे कोल होंदा, नॉमिनल GDP अपॉन रियल GDP इंटू 100। ओके, नैक्सट है नैशनल इनकम इन इंडिया दा एस्टीमेशन। इन 1868 दादा भाई नारोजी ने एक बुक लिखी सी पावर्टी एंड अनब्रिटिश रूल इन इंडिया। ये फस्ट अटैम्प्ट सी नैशनल इनकम नू कैलकुलेट करने दे लई। फस्ट पर्सन जिन्हें कि एस्टीमेट की नैशनल इनकम साइंटिफिकली, उन्होंने नाम से डॉक्टर VKRV राव। ठीक है, जिन्होंने 1925 तो लैके 29 तक के जोड़ा पीरियड से वो नैशनल इनकम नू एस्टीमेट किया। इंडिपेंडेंस तो बाद जी नैशनल इनकम कमेटी है उन्होंने 1949 च फॉर्म किया गया PC महालंबिस की चेयरमैनशिप के अंडर। ठीक है, तो जो सेंट्रल स्टैटिकल ऑर्गेनाइजेशन है उन्होंने फिर बाद च बनाया गया। उस तो बाद हुण नैशनल इनकम नू किहड़े-किहड़े मैथड्स नाल कैलकुलेट कर सकते हैं। 3 मैथड्स है नैशनल इनकम नू कैलकुलेट करने के लिए, इनकम मैथड, प्रोडक्ट या वैल्यू एडिड मैथड, एक्सपेंडिचर मैथड। सब तो पहला इनकम मैथड, ये जी नैशनल इनकम है उन्होंने मैजर करते हैं एज अ फ्लो ऑफ इनकम। ठीक है, जी नैट नैशनल इनकम होंगे कि होंगे कंपनसेशन, इंप्लॉयज़ नू कितना मिले, प्लस ऑपरेटिंग सरप्लस मिक्सड, प्लस नैट इनकम, प्लस नैट फैक्टर इनकम फ्रॉम एब्रॉड। W का मतलब कि वेजिज ते सैलरीज, R मतलब रेंटल इनकम, P मतलब प्रॉफिट, तो I मतलब मिक्सड इनकम। ओके, इनू बस एक बार देख लियो, ये फॉर्मूला याद रखने की कोई जरूरत नहीं है। बस मेन ना जोड़े थोड़ा आ पता होने चाहिए हैं किहड़े-किहड़े मैथड्स हैं जिन्हां नैशनल इनकम नू कैलकुलेट किया जा सकता। थोड़ा वध तो वध यही क्वेश्चन आऊगा। ठीक है, सो ये 3 मैथड है, याद रखियो। उस तो बाद नैक्सट है प्रोडक्ट या वैल्यू एडिड मैथड। ये जी नैशनल इनकम उन्होंने मैजर करते हैं एज द फ्लो ऑफ गुड्स एंड सर्विसेज। ठीक है, सो नैशनल इनकम इज इक्वल टू GNP माइनस कॉस्ट ऑफ कैपिटल माइनस डेप्रीसीएशन माइनस इंडायरैक्ट टैक्स। एक्सपेंडिचर मैथड की है, ये जी नैशनल इनकम उन्होंने मैजर करते हैं एज फ्लो ऑफ एक्सपेंडिचर। ठीक है, ये आप नैशनल इनकम एक्सपेंडिचर मैथड नाल कढ़ते हैं किवें, नैशनल इनकम इज इक्वल टू नैशनल प्रोडक्ट इज इक्वल टू नैशनल एक्सपेंडिचर। सो ये तुहानूं कोई भी फॉर्मूला याद नहीं रखना। ठीक है, उस तो बाद नैक्सट इंडियन एग्रीकल्चर। इंडिया एक एग्रीकल्चर इकोनॉमी है जिहदे 49% जोड़े लोग हैं वो डायरैक्टली या इनडायरैक्टली एग्रीकल्चर पर डिपेंड है। नैट सोन एरिया जो 47% है टोटल एरिया का इंडिया के। इंडिया के 80% वाटर है जो इरीगेशन यूज़ होंगे। ठीक है, जिन्ना भी नैट सोन एरिया है वो 140 मिलियन हैक्टेयर्स दैट इज़ हाफ वो इरीगेशन के है। 2019 डाटा के अकॉर्डिंग मेजर स्टेट जिमें UP, बिहार, राजस्थान, मध्य प्रदेश, ओडिशा, ठीक है, डिपेंडेंट है एग्रीकल्चर के उपर। उस तो बाद अगर आप GDP कंपोजिशन की गल करिए 2018-19 की, तो कि एग्रीकल्चर 16.5%, सर्विसेज 55.3%, इंडस्ट्री 28.6%। सो तुसीं इहदे विच देख सकते हो GDP कंपोजिशन एग्रीकल्चर का कॉन्ट्रीब्यूशन सब तो घट सीगा। उस तो बाद नैक्सट इनफ्लेशन। सब तो पहला इनफ्लेशन का मीनिंग की है, एक मार्केट सिचुएशन है जो प्राइस है जोड़ा गुड ते सर्विसेज का वो बहुत ज़्यादा इनक्रीज हो जाता है टाइम के नाल नाल। ठीक है, सो इनफ्लेशन है जी वो वैल्यू मनी की घटा देंदी है। ठीक है, इन्नी वैल्यू मनी की घट जाती है कि जोड़े गुड्स हैं वो कोई खरीद पाता है। ठीक है, These are various methods, there are various method to calculate inflation। हुण इन्फ्लेशन नू कैलकुलेट करने के अलग अलग मैथड्स हैं, किहड़े-किहड़े, होलसेल प्राइस इंडेक्स दैट इज WPI, कंज्यूमर प्राइस इंडेक्स दैट इज CPI, प्रोड्यूसर प्राइस इंडेक्स दैट इज PPI, कॉमोडिटी प्राइस इंडेक्स, कॉस्ट ऑफ लिविंग इंडेक्स, कैपिटल गुड प्राइस इंडेक्स, GDP डिफ्लेटर। बट जिहड़ा WPI CPI है इनू यूज़ किया जाता है इन्फ्लेशन नू कैलकुलेट करने के लिए।
ਇਨਫਲੇਸ਼ਨ ਦਾ ਮਤਲਬ ਤੁਹਾਨੂੰ ਮੈਂ ਦੱਸ ਹੀ ਚੁੱਕੀ ਕਿ ਗੁੱਡਸ ਤੇ ਸਰਵਿਸਿਜ਼ ਦੀ ਜਿਹੜੀ ਪ੍ਰਾਈਸ ਉਹਦਾ ਇਨਕਰੀਜ਼ ਹੋਣਾ, ਜਿਵੇਂ ਕਿ ਬੇਸਿਕ ਸਮਾਨ ਵੀ ਇਨਕਰੀਜ਼ ਹੋ ਜਾਂਦਾ। ਇਨਫਲੇਸ਼ਨ ਦਾ ਅਗਰ ਆਪਾਂ ਮੀਨਿੰਗ ਦੇਖੀਏ ਤਾਂ ਕੀ ਹੁੰਦਾ, ਮਹਿੰਗਾਈ, ਠੀਕ ਹੈ। ਸੋ ਜਿਵੇਂ ਫੂਡ ਹੈ, ਕਲੋਥਿੰਗ ਹੈ, ਹਾਊਸਿੰਗ ਹੈ, ਟਰਾਂਸਪੋਰਟ, ਕੰਜ਼ਿਊਮਰ ਸਟੇਪਲਸ, ਮਤਲਬ ਕਿ ਬੇਸਿਕ ਚੀਜ਼ਾਂ ਦਾ ਵੀ ਦਾਮ ਵੱਧ ਜਾਂਦਾ ਹੈ। ਇਨਫਲੇਸ਼ਨ ਮੈਜਰ ਕਰਦੀ ਹੈ ਐਵਰੇਜ ਪ੍ਰਾਈਸ ਚੇਂਜ ਇਨ ਅ ਬਾਸਕਟ ਆਫ ਕਮੋਡਿਟੀਜ਼ ਐਂਡ ਸਰਵਿਸਿਜ਼ ਓਵਰ ਟਾਈਮ। ਇਨਫਲੇਸ਼ਨ ਇਜ਼ ਇੰਡੀਕੇਟਿਵ ਆਫ ਡਿਕਰੀਜ਼ ਇਨ ਪਰਚੇਜ਼ਿੰਗ ਪਾਵਰ। ਅਗਰ ਇਨਫਲੇਸ਼ਨ ਵਧੂਗੀ, ਮਹਿੰਗਾਈ ਵਧੂਗੀ, ਤਾਂ ਆਟੋਮੈਟਿਕਲੀ ਲੋਕਾਂ ਦੀ ਪਰਚੇਜ਼ਿੰਗ ਪਾਵਰ ਘਟੂਗੀ। ਹੁਣ ਇਹਨੂੰ ਆਪਾਂ ਇੱਕ ਛੋਟੀ ਜਿਹੀ ਐਗਜ਼ਾਮਪਲ ਨਾਲ ਸਮਝਦੇ ਹਾਂ। ਜਿਵੇਂ ਸਪੋਜ਼ ਕਰੋ ਇੱਕ ਬ੍ਰੈਡ ਦਾ ਲੋਫ ਹੈ, ਠੀਕ ਹੈ। ਅਗਰ ਆਪਾਂ ਗੱਲ ਕਰੀਏ ਕਿ ਸਪੋਜ਼ ਕਰੋ ਉਹਦਾ ਪ੍ਰਾਈਸ ਅੱਜ ਦੀ ਡੇਟ 'ਚ ਕਿੰਨਾ, ₹10, ਠੀਕ ਹੈ। ਬਟ ਮਹਿੰਗਾਈ ਵੱਧ ਰਹੀ ਹੈ, ਸੋ ਇਹਦਾ ਪ੍ਰਾਈਸ ਹੁਣ ₹10 ਤੋਂ ਕਿੰਨਾ ਹੋ ਗਿਆ, ₹30। ਜਦੋਂ ਇਹਦਾ ਪ੍ਰਾਈਸ ₹10 ਸੀ, ਉਦੋਂ ਗਰੀਬ ਤੋਂ ਗਰੀਬ ਬੰਦਾ ਵੀ ਉਹਨੂੰ ਆਰਾਮ ਨਾਲ ਖਰੀਦ ਸਕਦਾ ਸੀ ਤੇ ਖਾ ਸਕਦਾ ਸੀ, ਠੀਕ ਹੈ। ਬਟ ਹੁਣ ਇਹਦਾ 3 ਟਾਈਮਸ ਵੱਧ ਗਿਆ, 30 ਹੋ ਗਿਆ, ਤਾਂ ਹੁਣ ਲੋਕ ਸੋਚਣਗੇ ਇਹਨਾਂ ਨੂੰ ਖਰੀਦਣ ਲਈ ਵੀ। ਓਕੇ, ਸੋ ਇਹ ਮਤਲਬ ਹੈ ਕਿ ਜਦੋਂ ਮਹਿੰਗਾਈ ਵੱਧਦੀ ਹੈ ਉਦੋਂ ਪਰਚੇਜ਼ਿੰਗ ਪਾਵਰ ਲੋਕਾਂ ਦੀ ਘੱਟ ਜਾਂਦੀ ਹੈ, ਇਹ ਮਤਲਬ ਹੈ। ਉਹ ਤੋਂ ਬਾਅਦ ਨੈਕਸਟ, ਸੋ ਇਕਨੋਮਿਕ ਗਰੋਥ ਹੈ ਜਿਹੜੀ ਅਲਟੀਮੇਟਲੀ ਉਹਦੇ ਵਿੱਚ ਵੀ ਗਿਰਾਵਟ ਆ ਜਾਂਦੀ ਹੈ। ਹਾਊਐਵਰ ਮੋਡਰੇਟ ਲੈਵਲ ਆਫ ਇਨਫਲੇਸ਼ਨ ਹੈ ਜਿਹੜੀ ਉਹ ਚਾਹੀਦੀ ਵੀ ਹੈ ਅਗਰ ਆਪਾਂ ਨੇ ਇਨਸ਼ੋਰ ਕਰਨਾ ਹੈ ਕਿ ਜਿਹੜਾ ਪ੍ਰੋਡਕਸ਼ਨ ਆ ਉਹਨੂੰ ਪ੍ਰਮੋਟ ਕੀਤਾ ਜਾਂਦਾ ਹੈ। ਇੰਡੀਆ ਦੇ ਵਿੱਚ ਇਨਫਲੇਸ਼ਨ ਨੂੰ 2 ਮੈਥਡਸ ਦੇ ਨਾਲ ਮੈਜਰ ਕੀਤਾ ਜਾਂਦਾ, WPI, CPI, ਠੀਕ ਹੈ। ਹੋਲਸੇਲ ਤੇ ਰਿਟੇਲ ਲੈਵਲ ਪ੍ਰਾਈਸ ਚੇਂਜ ਇਹਦੇ ਵਿੱਚ ਦੇਖਦੇ ਹਾਂ। ਹੁਣ ਦੇਖੋ, ਸਭ ਤੋਂ ਪਹਿਲਾਂ ਅਗਰ ਆਪਾਂ ਗੱਲ ਕਰੀਏ WPI ਤੇ CPI ਦੀ। WPI ਦਾ ਮਤਲਬ ਕੀ ਹੁੰਦਾ, ਹੋਲਸੇਲ ਪ੍ਰਾਈਸ ਇੰਡੈਕਸ। CPI ਦਾ ਮਤਲਬ ਹੁੰਦਾ ਕੰਜ਼ਿਊਮਰ ਪ੍ਰਾਈਸ ਇੰਡੈਕਸ, ਠੀਕ ਹੈ। ਹੁਣ ਦੇਖੋ, WPI ਅਮਾਊਂਟਸ ਟੂ ਐਵਰੇਜ ਚੇਂਜ ਇਨ ਪ੍ਰਾਈਸ ਆਫ ਕਮੋਡਿਟੀਜ਼ ਐਟ ਹੋਲਸੇਲ ਲੈਵਲ। WPI ਦੇ ਵਿੱਚ ਆਪਾਂ ਕੀ ਦੇਖਦੇ ਹਾਂ ਕਿ ਕਿੰਨਾ ਐਵਰੇਜ ਚੇਂਜ ਆ ਰਿਹਾ ਕਮੋਡਿਟੀਜ਼ ਦੀ ਪ੍ਰਾਈਸ ਦੇ ਉੱਪਰ ਹੋਲਸੇਲ ਲੈਵਲ ਜਿਸ 'ਚ ਆਪਾਂ ਦੇਖਦੇ ਹਾਂ। ਜਿਹੜਾ CPI ਹੁੰਦਾ ਉਹ ਇੰਡੀਕੇਟ ਕਰਦਾ ਐਵਰੇਜ ਚੇਂਜ ਕਮੋਡਿਟੀਜ਼ ਦੀ ਪ੍ਰਾਈਸ ਤੇ ਰਿਟੇਲ ਲੈਵਲ ਦੇ ਵਿੱਚ, ਠੀਕ ਹੈ। ਉਹ ਤੋਂ ਬਾਅਦ ਨੈਕਸਟ ਜਿਹੜਾ WPI ਹੈ ਉਹਨੂੰ ਆਫਿਸ ਆਫ ਇਕਨੋਮਿਕ ਐਡਵਾਈਜ਼ਰੀ, ਦੈਟ ਇਜ਼ ਮਿਨਿਸਟਰੀ ਆਫ ਕਮਰਸ ਇੰਡਸਟਰੀ ਦੁਆਰਾ ਪਬਲਿਸ਼ ਕੀਤਾ ਜਾਂਦਾ ਹੈ। ਤੇ ਜਿਹੜਾ CPI ਹੈ ਉਹਨੂੰ ਸੈਂਟਰਲ ਸਟੈਟਿਕ ਆਫਿਸ, ਦੈਟ ਇਜ਼ ਮਿਨਿਸਟਰੀ ਆਫ ਸਟੈਟਿਕਸ ਐਂਡ ਪ੍ਰੋਗਰਾਮ ਇੰਪਲੀਮੈਂਟੇਸ਼ਨ ਦੁਆਰਾ ਕੱਢਿਆ ਜਾਂਦਾ ਹੈ, ਠੀਕ ਹੈ। ਕਈ ਵਾਰ ਪੁੱਛ ਲੈਂਦੇ ਆ, ਸੋ ਯਾਦ ਰੱਖਿਓ। ਜਿਹੜਾ WPI ਹੈ ਉਹ ਮੇਜਰ ਕਰਦਾ ਪ੍ਰਾਈਸ ਸਿਰਫ ਗੁੱਡਸ ਤੇ। CPI ਦੇ ਵਿੱਚ ਗੁੱਡਸ ਐਂਡ ਸਰਵਿਸਿਜ਼ ਦੋਨੋਂ ਇਨਵੋਲਵ ਹੁੰਦੀਆਂ, ਠੀਕ ਹੈ। ਅਗਰ ਆਪਾਂ ਗੱਲ ਕਰੀਏ WPI ਹੈ ਜਿਹੜਾ ਉਹ ਇਨਫਲੇਸ਼ਨ ਦਾ ਫਸਟ ਸਟੇਜ ਦੇਖਦਾ ਤੇ ਜਿਹੜਾ CPI ਉਹ ਫਾਈਨਲ ਸਟੇਜ ਦੇਖਦਾ। ਦੈਨ ਜਿਹੜਾ ਪ੍ਰਾਈਸ ਹੈ WPI 'ਚ ਉਹ ਮੈਨੂਫੈਕਚਰ ਤੇ ਹੋਲਸੇਲਰਸ ਭਰਦੇ ਆ, CPI ਦੇ ਵਿੱਚ ਕੰਜ਼ਿਊਮਰਸ। ਆਈਟਮਸ ਕਿੰਨੀਆਂ ਕਵਰ ਹੈ WPI ਦੇ ਵਿੱਚ, 697 ਪ੍ਰਾਇਮਰੀ ਫਿਊਲ ਐਂਡ ਪਾਵਰ ਤੇ ਮੈਨੂਫੈਕਚਰ ਪ੍ਰੋਡਕਟਸ ਆ ਗਏ। ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਵਿੱਚ 448 ਰੂਰਲ ਬਾਸਕਟ ਦੇ ਵਿੱਚ ਤੇ 460 ਅਰਬਨ ਬਾਸਕਟ ਦੇ ਵਿੱਚ। ਆਈਟਮਸ ਕੈਸੇ ਆ ਕਵਰ ਹੈ WPI ਦੇ ਵਿੱਚ, ਮੈਨੂਫੈਕਚਰਿੰਗ ਇਨਪੁਟ, ਇੰਟਰਮੀਡੀਏਟ ਗੁੱਡਸ ਜਿਵੇਂ ਮਿਨਰਲ, ਮਸ਼ੀਨਰੀ, ਬੇਸਿਕ ਮੈਟਲਸ ਹੋ ਗਏ। CPI ਦੇ ਵਿੱਚ ਐਜੂਕੇਸ਼ਨ, ਕਮਿਊਨੀਕੇਸ਼ਨ, ਟਰਾਂਸਪੋਰਟੇਸ਼ਨ, ਰੀਕ੍ਰੀਏਸ਼ਨ, ਐਪੀਰੀਅਲ, ਦੈਨ ਫੂਡਸ, ਬੇਵਰੇजेस, ਹਾਊਸਿੰਗ, ਮੈਡੀਕਲ ਕੇਅਰ, ਠੀਕ ਹੈ। ਅਗਰ ਆਪਾਂ WPI ਦੀ ਗੱਲ ਕਰੀਏ ਇਹਦੇ ਵਿੱਚ ਬੇਸ ਈਅਰ 2011-12 ਨੂੰ ਰੱਖਿਆ ਗਿਆ ਤੇ CPI ਦੇ ਵਿੱਚ ਰੱਖਿਆ ਗਿਆ 2012 ਨੂੰ, ਠੀਕ ਹੈ। WPI ਨੂੰ ਬਹੁਤ ਘੱਟ ਕੰਟਰੀਜ਼ ਯੂਜ਼ ਕਰਦੀਆਂ ਨੇ, ਇੰਡੀਆ ਵਿੱਚ ਵੀ ਇਹਦਾ ਯੂਜ਼ ਕੀਤਾ ਜਾਂਦਾ ਤੇ CPI ਨੂੰ ਕਾਫੀ ਸਾਰੀ ਕੰਟਰੀਜ਼ ਯੂਜ਼ ਕਰਦੀਆਂ ਨੇ, ਦੈਟ ਇਜ਼ 157। ਉਹ ਤੋਂ ਬਾਅਦ WPI ਹੈ ਜਿਹੜਾ ਉਹ ਵੀਕਲੀ ਬੇਸਿਸ ਤੇ ਡਾਟਾ ਰਿਲੀਜ਼ ਕਰਦਾ ਤੇ ਜਿਹੜਾ CPI ਹੈ ਉਹ ਮੰਥਲੀ ਬੇਸਿਸ ਤੇ ਕਰਦਾ ਹੈ, ਓਕੇ। ਉਹ ਤੋਂ ਬਾਅਦ ਨੈਕਸਟ ਆਪਣੇ ਕੋਲ ਇੱਕ ਛੋਟਾ ਜਿਹਾ ਟੌਪਿਕ ਹੈ ਡੀਮੋਨੇਟਾਈਜੇਸ਼ਨ। ਸੋ ਡੀਮੋਨੇਟਾਈਜੇਸ਼ਨ ਦਾ ਮਤਲਬ ਕੀ ਹੁੰਦਾ ਹੈ, ਕਰੰਸੀ ਯੂਨਿਟ ਹੈ ਜਿਹੜੀ, ਜਾਂ ਆਪਾਂ ਕਹਿ ਸਕਦੇ ਹਾਂ ਕਰੰਸੀ ਦਾ ਜਿਹੜੀ ਵੈਲਿਊ ਹੈ ਉਹਨੂੰ ਘਟਾ ਦੇਣਾ, ਠੀਕ ਹੈ। ਬੇਸਿਕਲੀ ਡੀਮੋਨੇਟਾਈਜੇਸ਼ਨ ਕਦੋਂ ਹੁੰਦੀ ਹੈ, ਜਦੋਂ ਇੱਕ ਪਰਟੀਕੂਲਰ ਕਰੰਸੀ ਨੂੰ ਸਰਕੂਲੇਸ਼ਨ ਤੋਂ ਹਟਾ ਲਿੱਤਾ ਜਾਵੇ ਤੇ ਉਹਨੂੰ ਰਿਪਲੇਸ ਕੀਤਾ ਜਾਵੇ ਨਿਊ ਨੋਟਸ ਤੇ ਕੁਆਇਨਸ ਦੇ ਨਾਲ। ਇਹਦਾ ਮੇਨ ਆਬਜੈਕਟਿਵ ਕੀ ਹੁੰਦਾ ਹੈ, ਹਾਈ ਡੋਮੀਨੇਸ਼ਨ ਨੋਟਸ ਹੈ ਜਿਹੜੇ ਤਾਂ ਕਿ ਉਹਨਾਂ ਦਾ ਯੂਜ਼ ਇਲੀਗਲ ਟ੍ਰਾਂਜੈਕਸ਼ਨਸ ਲਈ ਨਾ ਹੋਵੇ ਤੇ ਬਲੈਕ ਮਨੀ ਨੂੰ ਰੋਕਣਾ, ਉਹਦੇ ਲਈ ਡੀਮੋਨੇਟਾਈਜੇਸ਼ਨ ਕੀਤੀ ਜਾਂਦੀ ਹੈ, ਠੀਕ ਹੈ। ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਕਮਰਸ਼ੀਅਲ ਟ੍ਰਾਂਜੈਕਸ਼ਨਸ ਹੋਣ ਡਿਜੀਟਲੀ, ਠੀਕ ਹੈ, ਤੇ ਇਕੋਨਮੀ ਫਾਰਮਲਾਈਜ਼ ਹੋਵੇ ਤੇ ਜਿਹੜਾ ਗਵਰਨਮੈਂਟ ਟੈਕਸ ਰੈਵਨਿਊਜ਼ ਆ ਉਹਨਾਂ 'ਚ ਇਨਕਰੀਜ਼ ਹੋਵੇ, ਉਹ ਚੀਜ਼ ਲਈ ਵੀ ਡੀਮੋਨੇਟਾਈਜੇਸ਼ਨ ਕੀਤੀ ਜਾਂਦੀ ਹੈ, ਓਕੇ। ਉਹ ਤੋਂ ਬਾਅਦ ਜਿਹੜੀ ਇੰਡੀਅਨ ਗਵਰਨਮੈਂਟ ਹੈ ਉਹਨਾਂ ਨੇ ਬੇਸਿਕਲੀ 1946 1978 ਦੇ ਵਿੱਚ ਡੀਮੋਨੇਟਾਈਜੇਸ਼ਨ ਕੀਤੀ ਤਾਂ ਕਿ ਬਲੈਕ ਮਨੀ ਤੇ ਰੋਕ ਲਗਾਈ ਜਾਵੇ। ਫਿਰ 2016 ਨੂੰ 8 ਨਵੰਬਰ ਨੂੰ ਸਡਨਲੀ ਸਰਪ੍ਰਾਈਜ਼ ਮਿਲਿਆ ਸੀ ਡੀਮੋਨੇਟਾਈਜੇਸ਼ਨ ਦਾ। ਉਦੋਂ ਇਹ ਕਿਹਾ ਗਿਆ ਕਿ ਜਿਹੜੇ ਪੁਰਾਣੇ 500 ਤੇ 1000 ਦੇ ਨੋਟਸ ਹੈ ਉਹਨਾਂ ਨੂੰ ਹੁਣ ਇਲੀਗਲ ਕਰਾਰ ਦਿੱਤਾ ਜਾਂਦਾ, ਮਤਲਬ ਉਹ ਵੈਲਿਡ ਨਹੀਂ ਰਹਿਣਗੇ ਤੇ ਉਹਦੀ ਜਗ੍ਹਾ ਤੇ ਇੱਕ ਨਿਊ 500 ਦਾ ਨੋਟ ਆਇਆ ਤੇ 2000 ਦਾ ਨੋਟ ਆਇਆ, ਠੀਕ ਹੈ।
ਸੋ ਉਸ ਟਾਈਮ ਤੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਦਾ ਕਹਿਣਾ ਸੀ ਕਿ ਕਿਉਂ ਕੀਤਾ ਗਿਆ ਤਾਂ ਕਿ ਜਿਹੜੀ ਕੈਸ਼ਲੈਸ ਟ੍ਰਾਂਜੈਕਸ਼ਨ ਹੈ ਉਹਨੂੰ ਇਨਕਰੀਜ਼ ਕੀਤਾ ਜਾਵੇ, ਇਲੀਗਲ ਐਕਟੀਵਿਟੀ ਟੈਰਰਿਜ਼ਮ ਜਿਹੜਾ ਹੋ ਰਿਹਾ, ਠੀਕ ਹੈ, ਉਹਨੂੰ ਘਟਾਇਆ ਜਾਵੇ ਕਿਉਂਕਿ ਉਹਨਾਂ ਨੂੰ ਮਨੀ ਸਪਲਾਈ ਹੋ ਰਹੀ ਸੀ ਉਸ ਟਾਈਮ ਤੇ। ਉਹ ਤੋਂ ਬਾਅਦ ਨੈਕਸਟ ਹੁਣ ਆਪਣੇ ਕੋਲ ਛੋਟੇ ਜਿਹੇ ਹੋਰ ਟੌਪਿਕਸ ਹੈ ਕੁਝ ਸੈਕਟਰਸ ਆਫ ਇੰਡੀਅਨ ਇਕੋਨਮੀ। ਇਕਨੋਮਿਕ ਐਕਟੀਵਿਟੀਜ਼ ਹੈ ਜਿਹੜੀਆਂ ਉਹਨਾਂ ਨੂੰ ਆਪਾਂ ਗਰੁੱਪ ਕਰ ਸਕਦੇ ਹਾਂ ਸਰਟਨ ਇੰਪੋਰਟੈਂਟ ਕ੍ਰਾਈਟੇਰੀਆ ਦੇ ਅਕੋਰਡਿੰਗ, ਠੀਕ ਹੈ। ਸਭ ਤੋਂ ਪਹਿਲਾਂ ਦੇਖੋ ਹੁਣ ਆਪਣੇ ਕੋਲ ਕਿਹੜੇ ਪਾਰਟ ਦੇ ਵਿੱਚ ਆਪਾਂ ਨੇ ਸੈਕਟਰਸ ਨੂੰ ਡਿਵਾਈਡ ਕੀਤਾ ਹੋਇਆ। ਸੋ ਇਹਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਆਪਣੇ ਕੋਲ ਹੈ ਸੈਕਟਰ ਇੰਡੀਅਨ ਇਕੋਨਮੀ ਦੇ ਕੰਡੀਸ਼ਨ ਆਫ ਵਰਕ ਦੇ ਬੇਸਿਸ ਤੇ, ਉਹਦੇ ਵਿੱਚ ਆਰਗੇਨਾਈਜ਼ ਸੈਕਟਰ ਤੇ ਅਨਆਰਗੇਨਾਈਜ਼ ਸੈਕਟਰ। ਉਹ ਤੋਂ ਬਾਅਦ ਇਕੋਨਮੀ ਦਾ ਸੈਕਟਰ ਓਨਰਸ਼ਿਪ ਦੇ ਬੇਸ ਤੇ ਪਬਲਿਕ ਸੈਕਟਰ, ਪ੍ਰਾਈਵੇਟ ਸੈਕਟਰ, ਤੇ ਨੇਚਰ ਆਫ ਐਕਟੀਵਿਟੀ ਦੇ ਬੇਸ ਤੇ ਪ੍ਰਾਇਮਰੀ, ਸੈਕੰਡਰੀ, ਟਰਸ਼ਰੀ ਤੇ ਕੁਆਟਰਨਰੀ ਸੈਕਟਰ। ਸਭ ਤੋਂ ਪਹਿਲਾਂ ਆਰਗੇਨਾਈਜ਼ ਸੈਕਟਰ। ਆਰਗੇਨਾਈਜ਼ ਸੈਕਟਰ ਦੇ ਵਿੱਚ ਐਸੇ ਐਂਟਰਪ੍ਰਾਈਜ਼ਸ ਤੇ ਪਲੇਸਿਸ ਆਫ ਵਰਕ ਹੁੰਦੇ ਜਿੱਥੇ ਲੋਕਾਂ ਨੂੰ ਆਫਰ ਕੀਤਾ ਜਾਂਦਾ ਕੁਝ ਜੌਬ ਸਿਕਿਉਰਿਟੀ, ਠੀਕ ਹੈ। ਯਾਨੀ ਕਿ ਇਹਦੇ ਵਿੱਚ ਕੀ ਹੁੰਦਾ ਜਿਹੜੇ ਵਰਕਰਸ ਹੁੰਦੇ ਆ ਅਗਰ ਉਹ ਆਰਗੇਨਾਈਜ਼ ਸੈਕਟਰ 'ਚ ਕੰਮ ਕਰ ਰਹੇ ਤਾਂ ਉਹਨਾਂ ਨੇ ਫਿਕਸ ਨੰਬਰ ਆਫ ਆਵਰਸ ਕੰਮ ਕਰਨਾ ਹੁੰਦਾ ਹੈ। ਅਗਰ ਉਹ ਜ਼ਿਆਦਾ ਕੰਮ ਕਰਦੇ ਹਨ ਜ਼ਿਆਦਾ ਉਹਨਾਂ ਨੂੰ ਪੇ ਕੀਤੀ ਜਾਂਦੀ ਹੈ, ਠੀਕ ਹੈ, ਮਤਲਬ ਉਹਨਾਂ ਨੂੰ ਜ਼ਿਆਦਾ ਸੈਲਰੀ ਦਿੱਤੀ ਜਾਂਦੀ ਹੈ ਤੇ ਉਹਨਾਂ ਨੂੰ ਹੋਰ ਵੀ ਬੈਨੀਫਿਟਸ ਮਿਲਦੇ ਆ ਜਿਵੇਂ ਕਿ ਮੈਡੀਕਲ ਬੈਨੀਫਿਟ, ਪ੍ਰੋਵੀਡੈਂਟ ਫੰਡ, ਪੇਡ ਲੀਵ, ਠੀਕ ਹੈ। ਜਿਹੜੇ ਐਂਟਰਪ੍ਰਾਈਜ਼ ਹੁੰਦੇ ਆ ਉਹ ਗਵਰਨਮੈਂਟ ਰਜਿਸਟਰਡ ਹੁੰਦੇ ਆ ਤੇ ਉਹਨਾਂ ਨੂੰ ਰੂਲਸ ਰੈਗੂਲੇਸ਼ਨਸ ਫੋਲੋ ਕਰਨੇ ਪੈਂਦੇ ਆ ਕੁਝ ਲਾਜ਼ ਦੇ ਅੰਡਰ, ਜਿਵੇਂ ਕਿ ਫੈਕਟਰੀ ਐਕਟ ਹੋ ਗਿਆ, ਮਿਨੀਮਮ ਵੇਜਿਸ ਐਕਟ, ਪੇਮੈਂਟ ਆਫ ਗ੍ਰੈਟੀਟਿਊਟੀ ਐਕਟ, ਠੀਕ ਹੈ। ਐਗਜ਼ਾਮਪਲ ਜਿਵੇਂ ਹਸਪੀਟਲ, ਸਕੂਲ, ਇੱਥੇ ਇੰਪਲੋਇਰਸ ਨੂੰ ਰੈਗੂਲਰ ਜੌਬ ਦਿੱਤੀ ਜਾਂਦੀ ਹੈ ਤੇ ਜਿਹੜੀ ਆਰਗੇਨਾਈਜੇਸ਼ਨ ਹੈ ਕੁਝ ਰੂਲ ਰੈਗੂਲੇਸ਼ਨ ਦੇ ਤਹਿਤ ਚੱਲਦੀਆਂ ਨੇ। ਉਹ ਤੋਂ ਬਾਅਦ ਨੈਕਸਟ ਹੈ ਅਨਆਰਗੇਨਾਈਜ਼ ਸੈਕਟਰ। ਅਨਆਰਗੇਨਾਈਜ਼ ਵਰਕਰਸ ਸੋਸ਼ਲ ਸਿਕਿਉਰਿਟੀ ਐਕਟ 2008 ਡਿਫਾਈਨ ਕਰਦਾ ਅਨਆਰਗੇਨਾਈਜ਼ ਸੈਕਟਰ ਨੂੰ ਐਜ਼ enterprise owned by individual or self-employed and engage in production or sale of goods or providing service of any kind where the enterprise employ workers, the number of such worker is less than 10. Unorganized sector is characterized by small and fragmented unit where mostly outside the control of government, the rules regulations are not followed। देखो अनऑर्गेनाइज सैक्टर एक बेसिकली ऐसा सैक्टर होता है जिथे किसी बंदे नूं काम मिल भी सकता है नहीं भी मिल सकता, उत्थे कोई रूल्स रेगूलेशन फॉलो नहीं होंदी। ये छोटे छोटे यूनिट्स होंदे हैं, ठीक है, ऐसे यूनिट्स होंदे जिथों 10 तो भी घट बंदे काम कर रहे होंदे हैं, ठीक है। ये अगर वो ज़्यादा काम भी करते हैं तो भी उन्होंने घट पैसे दिते होंदे हैं, मतलब इत्थे कोई प्रॉपर वर्किंग कंडीशनस नहीं होंदियां, कुछ नहीं होंदियां, ठीक है। सो जिमें स्मॉल जॉब्स हो गई, जिमें कोई रिपेयर शॉप के उपर कोई काम कर रहा है, स्ट्रीट के उपर कोई कुछ बेच रहा है, ठीक है। लेबरर्स नूं रखिया जांदा अलग अलग एक्टिविटीज़ लई, जिमें फार्मर्स वगैरह रखते हैं। सो ये सब जिहड़ी चीज़ां ने ये की ने अनऑर्गेनाइज सैक्टर है, ओके। या फिर आप देखते हैं कंस्ट्रक्शन एक्टिविटीज़ दे विच वर्कर्स काम कर रहे होंगे, कदे उन्होंने जॉब मिल भी जाती है, कदे नहीं भी मिल जाती, ठीक है। सो ये सारा अनऑर्गेनाइज सैक्टर है। और तो बाद नैक्सट है हुण ऐसे सैक्टर ओनरशिप के उपर किहड़े है। पब्लिक सैक्टर सब तो पहला जिहड़ा ये सैक्टर है इनू गवर्नमेंट ने ओन किया हुंदा है। जिहड़ा परपस हुंदा है पब्लिक सैक्टर का जस्ट प्रॉफिट मेकिंग नहीं हुंदा, ठीक है। गवर्नमेंट रेस करती है मनी टैक्सिस दे नाल, अदर वेज दे नाल, ताकि जिहड़ी सर्विसिज गवर्नमेंट दे रही है उहदे एक्सपेंसिस नू पूरा किया जाए। जिहड़े गवर्नमेंट ऑन एंटरप्राइज है इंडिया च उन्होंने आपां पब्लिक सैक्टर अंडरटेकिंग बोलते हैं, पब्लिक सैक्टर एंटरप्राइज बोलते हैं। जिहड़ियां ये कंपनीज हुंदियां या तो पूरियां गवर्नमेंट दे ने खरीदिया होंदियां या फिर अद्धा हिस्सा या कह लो पार्शली खरीदिया होंदा है, ठीक है, या फिर स्टेट या टैरीटोरीयल गवर्नमेंट ने मिलकर खरीदिया होंदा है, ओके। उस तो बाद जिहड़े PSUs उन्होंने क्लासीफाई करते हैं सेंट्रल पब्लिक सैक्टर अंडरटेकिंग, जिन्हों कि पूरा गवर्नमेंट ऑफ इंडिया ने खरीदिया होंदा है, या फिर स्टेट लैवल पब्लिक सैक्टर अंडरटेकिंग, ठीक है, इन्होंने स्टेट या टैरीटोरीयल गवर्नमेंट ने खरीदिया होंदा है, ओके। अगर आप गल करिए तो 10 महारत्नस, 14 नवरत्न ते 74 मिनी रत्नस हैं, ओके। उस तो बाद देखो अगर आप गल करिए फाइनैंशियल ऑटोनॉमी ते परफॉर्मेंस के बेसिस ते, सो सब तो पहला देखो महारत्न, नवरत्न, मिनी रत्न की कैटेगरी 1 है तो मिनी रत्न कैटेगरी 2। अगर आप महारत्न देखिए तो थोड़ा ये कुछ याद रखने की लोड़ नहीं भी कि यदा क्राइटेरिया कि नहीं, बस मेन लिस्ट याद रखने की किहड़ा नैशनल थर्मल पावर कॉरपोरेशन, ऑयल एंड नैचुरल गैस कॉरपोरेशन, स्टील अथॉरिटी ऑफ इंडिया लिमिटेड, भारत हैवी इलैक्ट्रिकल्स लिमिटेड दैट इज बेल, दैन इंडियन ऑयल कॉरपोरेशन लिमिटेड, हिंदुस्तान पेट्रोलियम कॉरपोरेशन लिमिटेड, कोल इंडिया लिमिटेड, गैस अथॉरिटी ऑफ इंडिया लिमिटेड, भारत पेट्रोलियम कॉरपोरेशन लिमिटेड, पावर ग्रिड कॉरपोरेशन ऑफ इंडिया।
ये सारे किहदे अंदर आते हैं, महारत्नस। ओके, सो इन्हां दे नाम तुहानूं पता होने चाहिए, पेपर च डायरैक्टली पूछा जाता है भी ये महारत्न है की है। उस तो बाद तुसीं सैकेंड नवरत्न की जिहड़ी लिस्ट है ये भी याद रखनी है, मिनी रत्न नूं याद रखने की जरूरत नहीं है। सो नवरत्न च किहड़ी है, भारत इलैक्ट्रॉनिक्स लिमिटेड, कंटेनर कॉरपोरेशन ऑफ इंडिया, इंजीनियर्स इंडिया लिमिटेड, हिंदुस्तान एरोनॉटिक लिमिटेड, भारत संचार निगम लिमिटेड, नेशनल एल्यूमिनियम कंपनी, नेशनल बिल्डिंग कंस्ट्रक्शन कॉरपोरेशन, नेशनल मिनरल डेवलपमेंट कॉरपोरेशन, एनसीएल इंडिया लिमिटेड, ऑयल इंडिया लिमिटेड, पावर फाइनेंस कॉरपोरेशन, राष्ट्रीय इस्पात निगम लिमिटेड, रूरल इलैक्ट्रीफिकेशन कॉरपोरेशन, शिपिंग कॉरपोरेशन ऑफ इंडिया। ओके, उस तो बाद नैक्सट प्राइवेट सैक्टर, ये भी जोड़े ओनरशिप होंगी वो प्राइवेट हैंड्स च होंगी है, जिमें कि रिलायंस इंडस्ट्री लिमिटेड हो गया, आदित्य बिरला ग्रुप हो गया, ठीक है। उस तो बाद नैक्सट है पब्लिक प्राइवेट पार्टनरशिप। सो जो PPP है या 3P है, कमर्शियल लीगल रिलेशनशिप है, ये गवर्नमेंट ऑफ इंडिया का, ठीक है। सो ये एक ऐसा अरेंजमेंट है जोड़ा कि गवर्नमेंट स्टैचूटरी एंटिटी, गवर्नमेंट ओन एंटिटी एक साइड ते प्राइवेट एंटिटी दूसरे साइड ते उन्हां विच हुंदा है। बेसिकली देखो ये की है पब्लिक प्राइवेट पार्टनरशिप, मतलब इस गवर्नमेंट का भी रोल होगा तो इस प्राइवेट जोड़े खिलाड़ी हैं, ठीक है, मतलब प्राइवेट जोड़े इंडिविजुअल्स हैं उन्हों भी रोल होगा। सो दोनों का मिलके इस रोल होंगे। ओके, उस तो बाद नैक्सट हुण नेचर ऑफ एक्टिविटी के बेस से देखिए, सब तो पहला प्राइमरी सैक्टर, प्राइमरी सैक्टर नूं एक्सट्रैक्शन सैक्टर भी बोलते हैं, बिकॉज जो प्राइमरी सैक्टर होंगे ना ये रॉ मटीरियल्स नाल डील करता है, ठीक है। रैन्यूएबल रिसोर्सिज हो सकते जिमें फिश, वूल, विंड पावर, और नॉन रैन्यूएबल रिसोर्सिज हो सकते हैं जिमें ऑयल एक्सट्रैक्शन, माइनिंग फॉर कोल, ठीक है। सो जो प्राइमरी सैक्टर है बेसिकली वो हो गया एग्रीकल्चर तो एल्ड एक्टिविटीज़ हो गई, फिशिंग, फॉरेस्ट्री, माइनिंग वगैरह, ये सब प्राइमरी सैक्टर नाल रिलेटिड है। सो जो सैकेंडरी सैक्टर होंगे वो प्रोडक्शन एक्टिविटीज़ होंगे जिमें मैन्युफैक्चरिंग, कंस्ट्रक्शन, गैस, वाटर, इलैक्ट्रिसिटी सप्लाई। उस तो बाद थर्ड है टर्शरी सैक्टर। टर्शरी सैक्टर किहड़ा हुंदा जिहदे विच अपने कोल सर्विसिज हुंदियां ने, सो इहनूं सर्विस सैक्टर भी बोलते हैं, जिमें ट्रेड, होटल, रेस्टोरेंट, ट्रांसपोर्ट, स्टोरेज, कम्युनिकेशन, फाइनैंशियल सर्विसिज जिमें बैंकिंग, इंश्योरेंस, रियल एस्टेट बिजनेस सर्विसिज, पब्लिक एडमिनिस्ट्रेशन तो अदर सर्विसिज, ठीक है। सब किहदे अंडर है, टर्शरी सैक्टर। यानी कि प्राइमरी दे विच रॉ मटीरियल वो सैक्टर्स आ जाते हैं सारे जिन्होंने रॉ मटीरियल का यूज़ किया जाता है, सैकेंडरी दे विच मैन्युफैक्चरिंग होंदी है ते थर्ड टर्शरी दे विच सर्विसिज। ओके, सो नैक्सट है टाइप ऑफ रेवोल्यूशन। हुण सब तो पहला देखो ये ना कैसे क्वेश्चन आते हैं, देखो एक तो ये जो मेन पूछा जाता है वो पूछा जाता है कि किहड़ी रेवोल्यूशन किन रिलेटिड है, ठीक है। ग्रीन रेवोल्यूशन तो एक वाइट रेवोल्यूशन है, वो फाउंडर्स का नाम याद रखना है, बस दैट्स इट। सब तो पहला देखो जिहड़ी एवरग्रीन रेवोल्यूशन है वो किन रिलेटिड है, इंटीग्रेशन ऑफ इकोलॉजिकल प्रिंसीपल इन टैक्नोलॉजी डेवलपमेंट, इन्हूं एवें याद रख लो, इट्स नॉट वेरी इंपॉर्टेंट। प्रोटीन रेवोल्यूशन हायर प्रोडक्शन की जाती है, ये भी इंपॉर्टेंट नहीं है। जिहड़ी मेन है मैं तुहानूं दसूं, सब तो पहला येलो रेवोल्यूशन ऑयल सीड प्रोडक्शन नाल रिलेटिड है, बेसिकली मस्टर्ड ते सनफ्लावर नाल। ब्लैक रेवोल्यूशन पेट्रोलियम प्रोडक्ट्स नाल रिलेटिड है। ब्लू रेवोल्यूशन फिश प्रोडक्शन नाल रिलेटिड है। ब्राउन रेवोल्यूशन लैदर, ककोआ, नॉन कन्वेंशनल प्रोडक्ट्स नाल रिलेटिड है। गोल्डन फाइबर रेवोल्यूशन जूट प्रोडक्शन नाल रिलेटिड है। फ्रूट्स हनी प्रोडक्शन हॉर्टिकल्चर गोल्डन रेवोल्यूशन नाल रिलेटिड है। फर्टिलाइजर ग्रे रेवोल्यूशन, अनियन प्रोडक्शन फार्माटिकल्स ब्राउन प्रोडक्शन पिंक रेवोल्यूशन नाल रिलेटिड है। एग प्रोडक्शन पोल्ट्री प्रोडक्शन सिल्वर रेवोल्यूशन। कॉटन सिल्वर फाइबर रेवोल्यूशन। मीट प्रोडक्शन टमाटो प्रोडक्शन रेड रेवोल्यूशन। पोटैटो प्रोडक्शन राउंड रेवोल्यूशन। फूड ग्रेन्स रेड रेवोल्यूशन। तो ये जो नहीं दिता होया वो हैगा मिल्क, ठीक है। जो मिल्क है वो किन रिलेटिड है, वाइट रेवोल्यूशन नाल। सो आप बोल सकते हैं कि जी वाइट रेवोल्यूशन है वो किन रिलेटिड है, मिल्क के नाल, ठीक है। तो ये फाउंडर जोड़े से वो कौन सी, वर्गीस क्यूरीन। ओके, उस तो बाद हम आप मेन जो पढ़ते हैं वो पढ़ते हैं ग्रीन रेवोल्यूशन के बारे। सो जो ग्रीन रेवोल्यूशन है अगर आप ओवरऑल वर्ड की गल करिए तो नॉर्मन बोरलॉग ने इन्हों की शुरुआत की, जो ग्रीन रेवोल्यूशन है तो उन्होंने फादर ऑफ ग्रीन रेवोल्यूशन पूरे वर्ल्ड च बोलिया जाता है। तो इस करके उन्होंने नोबल पीस प्राइज़ भी दिता गया सी 1970 के, क्योंकि उन्होंने हाई ईल्ड वैरायटी सीड्स बीट दे डेवलप किए, ठीक है। इंडिया के ग्रीन रेवोल्यूशन MS स्वामीनाथन ने स्टार्ट किया। जी ग्रीन रेवोल्यूशन है ये फूड ग्रेन की प्रोडक्शन के इकोदम इनक्रीज आ गया सीगा, ठीक है, क्योंकि ये हाई ईल्ड वैरायटी सीड्स का यूज़ किया गया। ओके, उस तो बाद अगर आप गल करिए कि पहला जो सीड्स से उन्होंने काफ़ी अच्छा सक्सैस की सी मैक्सीको के, दैन इनू इंडियन सब कॉन्टीनेंट के यूज़ किया गया।
ग्रीन रेवोल्यूशन है जिहड़ा 1967 तो लैके 67 68 तो लैके 1977 78 तक रहा तो ये जिहड़ा इंडिया का स्टेटस है फूड डेफिशिएंट कंट्री तो वर्ल्ड की लीडिंग एग्रीकल्चर नेशनस आ गया। उस तो बाद ग्रीन रेवोल्यूशन है जिहड़ा ये मतलब की है ये एग्रीकल्चर प्रोडक्शन जी है वो इनक्रीज़ होंदी है क्योंकि ये मॉडर्न टूल्स ते टैक्नीक्स का यूज़ किया जाता है। ग्रीन रेवोल्यूशन एग्रीकल्चर प्रोडक्शन नाल रिलेटिड है, ठीक है। वो पीरियड होंदा जो एग्रीकल्चर है जिहड़ा कंट्री का उन्होंने इंडस्ट्रीयल सिस्टम दे विच कन्वर्ट किया जाता है बिकॉज ये मॉडर्न मैथड्स टैक्नीक्स का यूज़ किया जाता है जिमें कि हाई वैरायटी सीड्स हो गए, ट्रैक्टर्स हो गए, इरीगेशन फैसिलिटीज़ हो गई, पैसटीसाइड हो गए, फर्टिलाइजर हो गए। 1967 तक जी गवर्नमेंट मेजरली है देखो 1967 तक जी गवर्नमेंट उन्होंने मेन सी फार्मिंग एरियाज़ नूं वधाना, ठीक है। बट पापूलेशन बहुत ज़्यादा इनक्रीज़ हो रही सी सो इसलिए फूड ग्रेन्स की प्रोडक्शन भी वधाना बहुत ज़रूरी सी सो ये ग्रीन रेवोल्यूशन लिया गया, ठीक है। जी ग्रीन रेवोल्यूशन वो बेसिकली 3 एलीमेंट्स के उपर फोकस किया जाता है। ये सीड्स यूज़ किए जाते हैं, हाई वैरायटी सीड्स, ठीक है। दैन डबल क्रॉपिंग इन एग्जिस्टेंस फार्मलैंड एंड कॉन्टिन्यूइंग एक्सपेंशन ऑफ फार्मिंग एरियाज़। और तो बाद देखो ਹੁਣ फीचर्स की ने ग्रीन रेवोल्यूशन के हाइल्ड वैरायटी सीड्स ਨੂੰ इंडियन एग्रीकल्चर ਦੇ ਵਿੱਚ इंट्रोड्यूस किया गया। ਜਿਹੜੇ हाइल्ड वैरायटी सीड्स ने, ठीक है, इन्हां ਲਈ अच्छी इरीगेशन फैसिलिटीज़ चाहिए होंदियां ने ताकि अच्छी वीट क्रॉप बने इन्हां तो। सो ग्रीन रेवोल्यूशन है जिहड़ी उन्हें ऐसी स्टेट्स ਨੂੰ फोकस किया जिथे प्रॉपर इरीगेशन फैसिलिटीज़ होण जिवें तमिलनाडु ते पंजाब। सैकेंड फेज़ ਦੇ ਵਿੱਚ ਜਿਹੜੀ हाइल्ड वैरायटी सीड्स ਆ ਉਹਨੂੰ अदर स्टेट्स ਨੂੰ ਦਿੱਤੇ गए, ठीक है। सो तो ये वीट तो इलावा भी बाकी के क्रॉप्स नूं ऐड किया गया। मोस्ट इंपॉर्टेंट रिक्वायरमेंट है जी हाइल्ड वैरायटी सीड्स जो है प्रॉपर इरीगेशन, ओके। उस तो बाद नैक्सट कमर्शियल क्रॉप्स ते कैश क्रॉप जिमें कॉटन, जूट, ऑयल सीड्स हैं जोड़े वो यदा पार्ट नहीं सी, ठीक है। ये चीज़ याद रखियो इंडिया के विच मेनली ग्रीन रेवोल्यूशन वीट ते राइस नाल रिलेटिड है। सो देखो की होया हुण फार्म की प्रोडक्टिविटी इनक्रीज़ करने लई ग्रीन रेवोल्यूशन आई। ग्रीन रेवोल्यूशन दे विच फर्टिलाइजर, वीडीसाइड, पैसटीसाइड्स वगैरह का भी यूज़ करना स्टार्ट किया गया ताकि जी क्रॉप है वो खराब ना हो, ठीक है। ये कमर्शियल फार्मिंग भी इनक्रीज़ होई क्योंकि ये मशीनरी टैक्नोलॉजी जिमें हारवैस्टर, ड्रिल्स, ट्रैक्टर्स का यूज़ किया जान लग्या, ओके। सो अज आपने काफ़ी अलग अलग टॉपिक्स के बारे पढ़िया। सो अज लिए इन्ना ही, मिलते नैक्सट लैक्चर के। थैंक यू सो मच।